ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕਰਤਾਰ ਰਿਲੀਜਨ YouTube ਚੈਨਲ ਤੇ ਸਵਾਗਤ ਹੈ। ਵੱਧ ਤੋਂ ਵੱਧ YouTube ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਆਪਾਂ ਸਿੱਖ ਧਰਮ ਦਾ ਪ੍ਰਚਾਰ ਕਰ ਸਕੀਏ, ਪ੍ਰਸਾਰ ਕਰ ਸਕੀਏ। ਧੰਨ ਧੰਨ ਬਾਬਾ ਅਤਰ ਸਿੰਘ ਜੀ ਦੀਆਂ ਸਾਖੀਆਂ ਤੁਹਾਨੂੰ ਸੁਣਾਉਂਦੇ ਰਹੇ, ਉਹਨਾਂ ਦੇ ਜੀਵਨ ਬਾਰੇ ਦੱਸਦੇ ਰਹੇ। ਅੱਜ ਸ਼੍ਰੀਮਾਨ ਸੰਤ ਤੇਜਾ ਸਿੰਘ ਜੀ MA ਨੇ ਪ੍ਰਦੇਸ਼ਾਂ ਵਿੱਚ ਆਪ ਜੀ ਵੱਲੋਂ ਸਿੱਖੀ ਪ੍ਰਚਾਰ ਕੀਤਾ, ਗੁਰਦੁਆਰੇ ਬਣਾਏ, ਉਸ ਦਾ ਸੰਖੇਪ ਵਰਣਨ ਕਰਦੇ ਹਾਂ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਨੇ ਪੂਰੀ ਦੁਨੀਆ ਦੇ ਵਿੱਚ ਵਿੱਦਿਆ ਦਾ ਪ੍ਰਚਾਰ ਕੀਤਾ, ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਇਹ ਸ਼੍ਰੀਮਾਨ ਸੰਤ ਤੇਜਾ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਦੇ ਸੇਵਕ ਸਨ। ਅੱਜ ਇਹਨਾਂ ਦੇ ਜੀਵਨ ਦੀ ਆਪਾਂ ਗੱਲ ਕਰਦੇ ਹਾਂ। ਵਾਈਸ ਪ੍ਰਿੰਸੀਪਲ ਤੇਜਾ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾ ਰਹੇ ਸਨ। ਆਪ ਜੀ ਨੇ ਸੰਤ ਮਹਾਰਾਜ ਜੀ ਪਾਸੋਂ ਅੰਮ੍ਰਿਤ ਛਕਣ ਸਮੇਂ ਆਪਣਾ ਜੀਵਨ ਅਰਦਾਸ ਕਰਾ ਦਿੱਤਾ ਸੀ। ਆਪ ਨੇ ਬਲੈਤ ਜਾ ਕੇ ਹੋਰ ਉੱਚੀ ਵਿੱਦਿਆ ਲੈ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਬਚਨ ਬਿਲਾਸ ਸਮੇਂ ਜਦ ਆਪ ਨੇ ਸੰਤ ਮਹਾਰਾਜ ਜੀ ਪਾਸ ਇਹ ਜ਼ਿਕਰ ਕੀਤਾ ਤਾਂ ਉਹਨਾਂ ਨੇ ਫਰਮਾਇਆ, ਜ਼ਰੂਰ ਜਾਓ ਤੇ ਪੱਛਮੀ ਵਿੱਦਿਆ ਲੈ ਕੇ ਆਓ, ਅਸੀਂ ਵੀ ਚਲੇ ਚੱਲਾਂਗੇ। ਸੰਤ ਮਹਾਰਾਜ ਤਾਂ ਜਾ ਨਾ ਸਕੇ, ਪਰ ਸੰਤ ਤੇਜਾ ਸਿੰਘ ਜੀ ਨੂੰ 125 ਦਮੜੇ ਨਗਦੀ ਬਖਸ਼ੇ ਤੇ 4 ਵਚਨ ਕੀਤੇ। ਸਾਬਤ ਸੁਰਤ ਕਾਇਮ ਰੱਖਣਾ ਤੇ ਕਿਸੇ ਨਾਲ ਬਹਿਸ ਨਹੀਂ ਕਰਨੀ, ਹੱਥ ਜੋੜ ਕੇ ਆਖ ਦੇਣਾ ਅਸੀਂ ਕੀ ਬਣਾਇਆ ਹੈ। ਜਿੱਥੇ ਜਾਣਾ ਗੁਰਦੁਆਰੇ ਕਾਇਮ ਕਰਨਾ। ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਸਾਡਾ ਸੁਨੇਹਾ ਦੇ ਦੇਣਾ ਕਿ ਰਿੱਧੀ ਸਿੱਧੀ ਕੋਈ ਚੀਜ਼ ਨਹੀਂ, ਆਤਮ ਪਦ ਇਸ ਤੋਂ ਬਹੁਤ ਅੱਗੇ ਹੈ। ਜਿਸ ਦਾ ਚਿੱਤ ਉਪਦੇਸ਼ ਕਰਨ ਤੇ ਕਰੇ ਉਹ ਨਾ ਕਰੇ, ਤੇ ਜਿਸ ਦਾ ਚਿੱਤ ਨਾ ਕਰੇ ਉਹ ਕਰੇ। ਇਹਨਾਂ ਬਚਨਾਂ ਦੇ ਨਾਲ ਹੀ ਸੰਤ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਕਿ ਸੁਣਿਆ ਹੈ ਅੰਗਰੇਜ਼ਾਂ ਦਾ ਦੇਸ਼ ਅਮਰੀਕਾ ਦੇ ਰਾਹ ਵਿੱਚ ਆਉਂਦਾ ਹੈ। ਸੰਤ ਜੀ ਬੰਬਈ ਤੋਂ ਅਗਸਤ ਦੇ ਮਹੀਨੇ ਸਮੁੰਦਰੀ ਜਹਾਜ਼ ਚੜੇ ਜੋ ਅਦਨ ਹੁੰਦਾ ਨਹਿਰ ਸੁਏਜ ਵਿੱਚੋਂ ਲੰਘਦਾ ਅਲੈਗਜ਼ੈਂਡਰੀਆ ਹੁੰਦਾ ਫਰਾਂਸ ਆ ਗਿਆ, ਜਿੱਥੋਂ ਆਪ ਰੇਲ ਰਾਹੀਂ ਸਫ਼ਰ ਕਰਦੇ ਫਰਾਂਸ ਦੇ ਕੰਢੇ ਤੋਂ ਬੋਟ ਰਾਹੀਂ ਲੰਡਨ ਆ ਗਏ। ਲੰਡਨ ਦੇ ਬਾਹਰਲੇ ਹਿੱਸੇ ਹਾਈ ਗੇਟ ਵਿੱਚ ਮਿਸਿਜ਼ ਹਿਲ ਦੇ ਘਰ ਵਿੱਚ ਕਿਰਾਏ ਤੇ ਕਮਰੇ ਲੈ ਕੇ ਰਹਿਣ ਲੱਗ ਪਏ। ਆਪ ਦੀ ਸੁਪਤਨੀ ਬਿਸ਼ਨ ਕੌਰ ਜੀ ਤੇ ਕਾਕੇ ਮੁਕੰਦ ਸਿੰਘ ਤੇ ਹਰੀ ਸਿੰਘ ਨਾਲ ਸਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛੋਟੀ ਬੀੜ ਵੀ ਆਪ ਨਾਲ ਹੀ ਲੈ ਗਏ ਸੀ। ਇੰਗਲੈਂਡ ਰਹਿੰਦਿਆਂ ਆਪ ਨੇ ਹੋਰ ਸਿੱਖ ਵਿਦਿਆਰਥੀਆਂ ਨੂੰ ਪ੍ਰੇਰ ਕੇ ਹਫ਼ਤਾਵਾਰੀ ਦੀਵਾਨ ਲਾਣਾ, ਸਭ ਨੂੰ ਪੱਕਿਆਂ ਰਹਿ ਕੇ ਕੇਸਾਂ ਦੀ ਹਰ ਤਰ੍ਹਾਂ ਸੰਭਾਲ ਲਈ ਜੋੜ ਦੇਣਾ। ਇੱਥੋਂ ਦੀ ਪੜ੍ਹਾਈ ਖਤਮ ਕਰ ਲਈ। ਇੱਥੋਂ ਆਪ ਨੇ ਸਤਸੰਗ ਕਾਇਮ ਕੀਤਾ। ਇਸ ਦੇਸ਼ ਤੋਂ ਆਪ ਨਿਊਯਾਰਕ ਅਮਰੀਕਾ 'ਚ ਇਕੱਲੇ ਗਏ, ਜਾ ਕੇ ਪੜ੍ਹਾਈ ਸ਼ੁਰੂ ਕੀਤੀ ਤੇ ਉੱਥੇ ਲੈਕਚਰ ਹੋਏ ਜੋ ਅਮਰੀਕਾ ਤੇ ਕੈਨੇਡਾ ਦੇ ਬਹੁਤ ਅਖਬਾਰਾਂ ਵਿੱਚ ਛਪਣ ਲੱਗ ਪਏ। ਪਰਿਵਾਰ ਆਪ ਜੀ ਦਾ ਆਪ ਪਾਸ ਪੁੱਜ ਗਿਆ। ਕੈਨੇਡਾ ਵਿੱਚ ਵਸ ਰਹੇ ਸਿੱਖਾਂ ਵੱਲੋਂ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰੀ ਦਾ ਸੱਦਾ ਪੱਤਰ ਤੇ ਕਿਰਾਇਆ ਆਉਣ ਪਰ ਆਪ ਵੈਨਕੂਵਰ ਪੁੱਜੇ। ਵੈਨਕੂਵਰ ਦੀਵਾਨ ਸਜਦੇ ਗੁਰਦੁਆਰਾ ਪਹਿਲੋਂ ਹੀ ਭਾਈ ਵਰਿਆਮ ਸਿੰਘ ਤੇ ਭਾਈ ਭਾਗ ਸਿੰਘ ਦੇ ਉਦਮ ਨਾਲ ਕਾਇਮ ਹੋ ਚੁੱਕਿਆ ਸੀ। ਆਪ ਕੁਝ ਚਿਰ ਇਸ ਇਲਾਕੇ ਵਿੱਚ ਰਹਿ ਕੇ ਸਿੱਖਾਂ ਨੂੰ ਮਿਲਦੇ ਤੇ ਉਪਦੇਸ਼ ਦਿੰਦੇ ਰਹੇ। ਛੁੱਟੀ ਮੁੱਕ ਜਾਣ ਪਰ ਆਪ ਛੋਟੇ ਕਾਕੇ ਹਰੀ ਸਿੰਘ ਨਾਲ ਵਾਪਸ ਨਿਊਯਾਰਕ ਆ ਕੇ ਪੜ੍ਹਨ ਲੱਗ ਪਏ। ਨਿਊਯਾਰਕ ਵਿੱਚ ਬਹੁਤ ਸਾਰੇ ਅਮਰੀਕਨ ਆਪ ਦੇ ਸਤਸੰਗੀ ਬਣ ਚੁੱਕੇ ਸਨ। ਫਿਰ ਉਹਨਾਂ ਵਿੱਚ ਸਤਸੰਗੀ ਹਫ਼ਤਾਵਾਰੀ ਹੋਣ ਲੱਗ ਪਿਆ। ਭਾਈ ਹਿੰਮਤ ਦਾਸ ਦੇ ਬੇਨਤੀ ਕਰਨ ਪਰ ਉਸਦੀ ਮਾਲੀ ਇਮਦਾਦ ਕਰਨ ਲਈ ਫਿਰ ਆਪ ਕੈਨੇਡਾ ਗਏ ਤਾਂ ਕਿ ਉਸਦੀ ਸੋਨੇ ਦੀ ਕਾਨ ਫੇਲ ਨਾ ਹੋ ਜਾਵੇ। ਇੱਧਰ ਕੈਨੇਡੀਅਨ ਸਰਕਾਰ ਸਿੱਖਾਂ ਨੂੰ ਇਸ ਦੇਸ਼ ਵਿੱਚੋਂ ਕੱਢ ਦੇਣ ਲਈ ਰੁੱਝੀ ਹੋਈ ਸੀ। ਪਹਿਲਾਂ ਤਾਂ ਪ੍ਰੈਸ ਵਿੱਚ ਬਦਨਾਮ ਕਰ ਰਹੇ ਸਨ, ਇਹ ਗੰਦੇ ਰਹਿੰਦੇ ਹਨ, ਜੋ ਕਮਾਉਂਦੇ ਹਨ ਮੰਦੇ ਕੰਮਾਂ ਤੇ ਖਰਚ ਦਿੰਦੇ ਹਨ। ਇਹਨਾਂ ਨੂੰ ਹਾਂਡੂਰਾਸ ਜਜ਼ੀਰੇ ਵਿੱਚ ਭੇਡਾਂ ਵਾਂਗੂ ਜਹਾਜ਼ ਵਿੱਚ ਭਰ ਕੇ ਲਿਜਾਣ ਦੀ ਸਕੀਮ ਬਣ ਚੁੱਕੀ ਸੀ। ਅਟਾਵਾ ਤੋਂ ਸਰਕਾਰ ਵੱਲੋਂ ਕਮਿਸ਼ਨਰ ਆ ਕੇ ਸਿੱਖਾਂ ਵਿੱਚੋਂ 2 ਭਾਈ ਸਤਨਾਗਰ ਸਿੰਘ ਤੇ ਭਾਈ ਸ਼ਾਮ ਸਿੰਘ ਡੋਗਰਾ ਨੂੰ ਹਾਂਡੂਰਾਸ ਵਿਖਾਉਣ ਵਾਸਤੇ ਲੈ ਗਿਆ ਸੀ ਤਾਂ ਕਿ ਉਹਨਾਂ ਨੂੰ ਲਾਲਚ ਆਦਿਕ ਨਾਲ ਦਬਾ ਕੇ ਰਿਪੋਰਟ ਚੰਗੀ ਕਰਾ ਲੈਣ। ਪਰ ਸੰਤ ਜੀ ਵੱਲੋਂ ਨਿਊਯਾਰਕ ਅਮਰੀਕਾ ਤੋਂ ਵੈਨਕੂਵਰ ਕੈਨੇਡਾ ਹੁਣੇ ਆ ਰਹੇ ਸਨ ਤਾਂ ਆਪ ਨੂੰ ਰਸਤੇ ਵਿੱਚ ਵਿਨੀਪੈਗ ਸਟੇਸ਼ਨ ਤੇ ਇੱਕ ਕੈਨੇਡੀਅਨ ਗੋਰੇ ਨੇ, ਜੋ ਸਦਾ ਅਖਬਾਰਾਂ ਵਿੱਚ ਸਿੱਖਾਂ ਦੇ ਖਿਲਾਫ ਛਪਦੀਆਂ ਖਬਰਾਂ ਪੜ੍ਹਦਾ ਰਹਿੰਦਾ ਸੀ, ਕਿਹਾ, ਮਿਸਟਰ ਸਿੰਘ, ਬ੍ਰਿਟਿਸ਼ ਕੋਲੰਬੀਆ ਵਿੱਚ ਵਸ ਰਹੇ ਹਜ਼ਾਰਾਂ ਸਿੱਖਾਂ ਨੂੰ ਸਰਕਾਰ ਇੱਥੋਂ ਕੱਢ ਕੇ ਹਾਂਡੂਰਸ ਸੁੱਟੇਗੀ, ਜੋ ਮਾੜੀ ਥਾਂ ਹੈ। ਯੈਲੋ ਫੀਵਰ ਉੱਥੇ ਬਹੁਤ ਹੁੰਦਾ ਹੈ, ਗਰੀਬੀ ਹੈ, ਰੁਜ਼ਗਾਰ ਵੀ ਘੱਟ ਹੈ। ਤੇਰੇ ਭਰਾ ਸਾਰੀ ਉਮਰ ਮਿਹਨਤ ਕਰਕੇ ਆਪਣੇ ਦੇਸ਼ ਮੁੜਨ ਜੋਗਾ ਕਿਰਾਇਆ ਵੀ ਨਹੀਂ ਬਣਾ ਸਕਣਗੇ।
ਸੰਤ ਜੀ ਕਾਫੀ ਘਬਰਾਏ ਪਰ ਵੈਨਕੂਵਰ ਅਚਾਨਕ ਆ ਪੁੱਜੇ। ਸੰਗਤ ਹੈਰਾਨ ਤਾਂ ਹੋਈ ਸੀ ਪਰ ਖੁਸ਼ੀ ਬਹੁਤ ਕਿ ਕਰਤਾਰ ਨੇ ਆਪ ਜੀ ਨੂੰ ਸਮੇਂ ਸਿਰ ਭੇਜ ਦਿੱਤਾ ਹੈ। ਦੀਵਾਨ ਸਜੇ। ਆਪ ਜੀ ਨੇ ਸੰਗਤ ਨੂੰ ਪ੍ਰੇਰ ਕੇ ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ ਗੁਰੂ ਨਾਨਕ ਰਜਿਸਟਰ ਕਰਵਾ ਦਿੱਤੀ। 250 ਏਕੜ ਜ਼ਮੀਨ ਈਗਲ ਹਾਰਬਰ ਤੇ ਗੁਰੂ ਨਾਨਕ ਨਗਰ ਵਸਾਉਣ ਵਾਸਤੇ ਖਰੀਦ ਦਿੱਤੀ। $10,000 ਜਮ੍ਹਾਂ ਕਰਾ ਦਿੱਤੇ। ਕੁੱਲ ਸੌਦਾ $25,000 ਤੋਂ ਕੀਤਾ। ਨਾਲ ਹੀ ਆਪ ਨੇ ਚੰਗੇ ਭਰੇ ਹੋਏ ਹਾਲਾਂ ਵਿੱਚ 3 ਲੈਕਚਰ ਕੀਤੇ ਜੋ ਸਾਰੇ ਪ੍ਰੈਸ ਨੇ ਛਾਪੇ। ਸਿੱਖ ਧਰਮ ਇੱਕ ਸੰਪੂਰਨ ਧਰਮ ਹੈ। ਇਸ ਦਾ ਮੋਟਾ ਅਸੂਲ ਬ੍ਰਦਰਹੁੱਡ ਆਫ ਮੈਨ ਐਂਡ ਫਾਦਰਹੁੱਡ ਹੈ। ਵਾਹਿਗੁਰੂ ਦੀ ਭਗਤੀ ਤੇ ਸਭ ਮਨੁੱਖ ਮਾਤਰ ਨਾਲ ਪ੍ਰੇਮ ਕਰਨਾ ਹੈ। ਸਿੱਖ ਚੰਗਾ, ਮਿਹਨਤੀ, ਜਫਾਖਸ਼ ਤੇ ਭਰੋਸੇ ਵਾਲਾ ਇਨਸਾਨ ਹੈ। ਸਿੱਖਾਂ ਦੀ ਇਸ ਦੇਸ਼ ਵਿੱਚ ਪੋਜੀਸ਼ਨ ਹੈ। 10,000 ਸਾਡੀ ਵਸੋਂ ਹੋ ਚੁੱਕੀ ਹੈ। ਸ਼ਾਨਦਾਰ ਗੁਰਦੁਆਰਾ ਵੈਨਕੂਵਰ ਵਿੱਚ ਹੈ ਜਿੱਥੇ ਹਰ ਰੋਜ਼ ਤੇ ਖਾਸ ਕਰਕੇ ਹਰ ਐਤਵਾਰ ਸਤਸੰਗ ਭਗਤੀ ਹੁੰਦੀ ਹੈ। ਇਹਨਾਂ ਨੇ ਮਾਈਨਿੰਗ ਕੰਪਨੀ ਬਣਾ ਕੇ ਰਜਿਸਟਰ ਕਰਵਾ ਲਈ ਹੈ। ਨਗਰ ਵਧਾਉਣ ਲਈ 250 ਏਕੜ ਜ਼ਮੀਨ ਖਰੀਦ ਲਈ ਹੈ ਤੇ $15,800 ਖਰਚ ਕੇ ਜੈਕਸਨਵਿਲ ਕੈਲੀਫੋਰਨੀਆ ਵਿਖੇ ਇੱਕ ਸੋਨੇ ਦੀ ਖਾਨ ਦੇ 2.5 ਲੱਖ ਦੇ ਹਿੱਸੇ ਖਰੀਦਣ ਲਈ ਭੇਜ ਚੁੱਕੇ ਹਨ। ਇਨ੍ਹਾਂ ਲੈਕਚਰਾਂ ਦੀ ਧਾਕ ਪੈ ਗਈ। ਬਹੁਤੇ ਸਾਰੇ ਲੋਕ ਸਿੱਖਾਂ ਦੇ ਹੱਕ ਵਿੱਚ ਹੋ ਗਏ। ਤਾਰੀਖ ਮੁਕਰਰ ਕਰਕੇ ਵੱਡੇ ਇਕੱਠ ਵਿੱਚ 5,000 ਦੀ ਹਾਜ਼ਰੀ ਵਿੱਚ ਸੰਗਤ ਨੇ ਫੈਸਲਾ ਕੀਤਾ ਕਿ ਕਿਸੇ ਹਾਲਤ ਵਿੱਚ ਵੀ ਹੰਡੂਰਸ ਜਾ ਕੇ ਕਿਸੇ ਹੋਰ ਥਾਂ ਨਹੀਂ ਜਾਵਾਂਗੇ। ਇੱਥੇ ਹੀ ਗੁਰੂ ਸਾਹਿਬ ਦਾ ਨਿਸ਼ਾਨ ਕਾਇਮ ਹੋ ਚੁੱਕਾ ਹੈ। ਇੱਥੇ ਹੀ ਟਿਕਾਂਗੇ। ਸਰਕਾਰ ਵੱਲੋਂ ਇਸ ਦੇਸ਼ ਵਿੱਚ ਇੱਕ ਖੇਮ ਸਿੰਘ ਬੇਦੀ CID ਦਾ ਕੰਮ ਕਰਨ ਆਇਆ ਹੋਇਆ ਸੀ। ਉਹ ਹਰ ਤਰ੍ਹਾਂ ਸਿੱਖਾਂ ਨੂੰ ਪੁੱਠੇ ਪਾਸੇ ਪਾਉਣ ਦਾ ਯਤਨ ਕਰਦਾ। ਨਿਊਯਾਰਕ ਤੋਂ ਸੰਤ ਜੀ ਨੂੰ ਆਪ ਦੀ ਸੁਪਤਨੀ ਤੇ ਸਖਤ ਬਿਮਾਰ ਹੋ ਜਾਣ ਦੀ ਤਾਰ ਆਈ। ਸੰਗਤਾਂ ਨੇ ਹੁਕਮ ਕੀਤਾ ਕਿ ਆਪ ਦਾ ਸਮਾਂ ਇੱਥੇ ਕਾਫੀ ਲੱਗਣਾ ਹੈ, ਉਹਨਾਂ ਨੂੰ ਇੱਥੇ ਹੀ ਬੁਲਾ ਲੈਂਦੇ ਹਾਂ। ਆਖਰ ਉਹ ਵੀ ਕੈਨੇਡਾ ਲਈ ਟੁਰ ਪਏ। ਸੰਤ ਜੀ ਅੱਗੋਂ ਸੁਮਾਸ ਜੰਕਸ਼ਨ ਸਟੇਸ਼ਨ ਤੋਂ ਲੈਣ ਚਲੇ ਗਏ ਜਿੱਥੋਂ ਅਮਰੀਕਾ ਤੋਂ ਕੈਨੇਡਾ ਵੱਲ ਰੇਲ ਬਦਲਣੀ ਪੈਂਦੀ ਸੀ। ਰਾਤ ਆਪ ਹੋਟਲ ਵਿੱਚ ਰਹੇ। ਘਬਰਾਹਟ ਬਹੁਤ ਸੀ ਕਿ ਪਾਸਪੋਰਟ ਉਹਨਾਂ ਦਾ ਕੈਨੇਡਾ ਦਾ ਨਹੀਂ ਅਮਰੀਕਾ ਤੱਕ ਦਾ ਹੈ। ਨਾਲੇ ਕੈਨੇਡਾ ਵਿੱਚ ਵਸ ਰਹੇ ਭਰਾਵਾਂ ਦੀ ਭਾਰੀ ਭੀੜ ਕਿਵੇਂ ਦੂਰ ਹੋਵੇਗੀ। ਰਾਤ ਨੂੰ ਚਮਤਕਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਏ। ਆਪ ਨੇ ਫਰਮਾਇਆ, ਬੱਚਾ ਘਬਰਾ ਨਹੀਂ, ਇਹਨਾਂ ਦਾ ਹੰਕਾਰ ਜਨਮਨ ਕੋਲੋਂ ਤੜਾਵਾਂਗੇ। ਇਹ ਪ੍ਰਕਾਸ਼ ਰੋਮ ਰੋਮ ਵਿੱਚ ਵੱਧ ਗਿਆ। 4 ਵਜੇ ਹਨੇਰੇ ਸਖਤ ਸਰਦੀ ਦੀ ਰਾਤ ਵਿੱਚ ਗੱਡੀ ਬਦਲਣੀ ਸੀ। ਆਪ ਨੇ 3 ਟਿਕਟ ਵੈਨਕੂਵਰ ਦੇ ਖਰੀਦ ਲਏ ਤੇ ਮੂੰਹੋਂ ਹਨੇਰੇ ਜਦੋਂ ਸਖਤ ਸਰਦੀ ਨਾਲ ਅਫਸਰ ਮੂੰਹ ਬਲੇਟੀ ਬੈਠਾ ਉਂਗਲਾਂ ਰਿਹਾ ਸੀਗਾ, ਆਪ ਆਪਣੀਆਂ ਸਵਾਰੀਆਂ ਨੂੰ ਅਮਰੀਕਾ ਵਾਲੀ ਗੱਡੀ ਤੋਂ ਉਤਾਰ ਕੇ ਵੈਨਕੂਵਰ ਵਾਲੀ ਰੇਲ ਵਿੱਚ ਆ ਬੈਠੇ ਜੋ ਵਕਤ ਸਿਰ ਚੱਲ ਪਈ। ਇਹ 6 ਦਿਨ ਰਾਤ ਦਾ ਲੰਮੇਰਾ ਸਫ਼ਰ ਹੁੰਦਾ ਸੀ। ਇਸ ਤਰ੍ਹਾਂ ਪਰਿਵਾਰ ਵੀ ਆਪ ਦਾ ਕੈਨੇਡਾ ਪੁੱਜ ਗਿਆ। ਆਪ ਨੇ ਪੈਸੀਫਿਕ ਕੋਰਟਸ ਖਾਲਸਾ ਦੀਵਾਨ ਵੈਨਕੂਵਰ ਕਾਇਮ ਕਰਵਾ ਕੇ ਇਹ ਰਜਿਸਟਰ ਕਰਵਾ ਦਿੱਤਾ ਤਾਂ ਕਿ ਸਿੱਖੀ ਪ੍ਰਚਾਰ ਵਧੇ ਤੇ ਸਭ ਸਿੱਖ ਪੱਕੇ ਪੈਰਾਂ ਤੱਕ ਵਸਦੇ ਰਹਿਣ। ਕੈਨੇਡਾ ਸਰਕਾਰ ਆਪ ਦੇ ਲੈਕਚਰਾਂ ਦਾ ਸਾਰੇ ਦੇਸ਼ ਤੇ ਅਸਰ ਪੈ ਜਾਣ ਨਾਲ ਘਬਰਾ ਗਈ। ਕਮਿਸ਼ਨਰ ਸਿੱਧਾ ਓਟਾਵਾ ਚਲਾ ਗਿਆ ਤੇ ਉਹ ਦੋਨੋਂ ਭਾਰਤੀ ਪਿੱਛੋਂ ਵੈਨਕੂਵਰ ਪੁੱਜੇ ਤਾਂ ਉਹਨਾਂ ਪਾਸੋਂ ਸੱਚੀ ਗੱਲ ਸਭ ਨੂੰ ਪਤਾ ਲੱਗ ਗਈ। ਦੀਵਾਨ ਅਗਲੇ ਦਿਨ ਹਫ਼ਤਾਵਾਰੀ ਸੀ। ਉਹਨਾਂ ਨੇ ਸਾਰੀ ਗੱਲ ਆਖ ਸੁਣਾਈ ਤਾਂ ਸੰਗਤ ਨੇ ਫਿਰ ਜੈਕਾਰੇ ਨਾਲ ਕੈਨੇਡਾ ਵਿੱਚ ਹਰ ਹਾਲਤ ਵਿੱਚ ਟਿਕੇ ਰਹਿਣ ਦਾ ਮਤਾ ਪਾਸ ਕਰ ਦਿੱਤਾ ਜੋ ਅਖਬਾਰਾਂ ਵਿੱਚ ਛਪ ਗਿਆ ਕਿ ਹੰਡੂਰਸ ਕਿਸੇ ਹਾਲਤ ਵਿੱਚ ਵੀ ਨਹੀਂ ਜਾਣਾ। ਕਮਿਸ਼ਨਰ ਨੇ ਅਖਬਾਰਾਂ ਵਿੱਚ ਪੜ੍ਹ ਕੇ ਵੈਨਕੂਵਰ ਸਿੱਖ ਗੁਰਦੁਆਰੇ ਨੂੰ ਲਿਖ ਭੇਜਿਆ, ਜੋ ਭਾਰਤੀਆਂ ਨੇ ਰਿਪੋਰਟ ਸੁਣਾਈ ਹੈ ਉਹ ਠੀਕ ਨਹੀਂ। ਮੈਂ ਆਪ ਆ ਕੇ ਅਸਲੀ ਹਾਲਤ ਸੁਣਾਵਾਂਗਾ। ਸੰਗਤ ਵੱਲੋਂ ਚਿੱਠੀ ਚਲੀ ਗਈ, ਫਲਾਣੇ ਦਿਨ ਦਾ ਇਕੱਠ ਰੱਖ ਲਿਆ ਹੈ, ਤੁਸੀਂ ਆ ਕੇ ਖੁਸ਼ੀ ਨਾਲ ਸੁਣਾਓ। ਮਿੱਥੇ ਦਿਨ ਉਹ ਇੱਕ ਪਾਦਰੀ ਤੇ ਪੁਲਿਸ ਅਫਸਰਾਂ ਨਾਲ ਗੁਰਦੁਆਰੇ ਆਇਆ। ਦੀਵਾਨ ਉੱਪਰਲੀ ਛੱਤ ਤੇ ਲੱਗਾ ਹੋਇਆ ਸੀ। ਸੇਵਾਦਾਰ ਨੀਚੇ ਖੜਾ ਸੀ। ਉਸਨੇ ਬੇਨਤੀ ਕੀਤੀ ਕਿ ਜੁੱਤੇ ਖੋਲ ਕੇ ਉੱਪਰ ਚਲੇ ਜਾਓ। ਤਾਂ ਤਿਆਰ ਹੋ ਗਿਆ ਪਰ ਪਾਦਰੀ ਨੇ ਰੋਕ ਦਿੱਤਾ। ਉਸ ਕਹਿਲਾਬ ਭੇਜਿਆ ਕਿ ਸਭ ਸਿੱਖ ਨੀਚੇ ਚਲੇ ਆਉਣ। ਸੰਗਤ ਸੋਚ ਹੀ ਰਹੀ ਸੀ ਕਿ ਸ਼੍ਰੀਮਤੀ ਬਿਸ਼ਨ ਕੌਰ ਜੀ ਸੰਤ ਜੀ ਦੀ ਸੁਪਤਨੀ ਨੇ ਗਰਜ ਕੇ ਕਿਹਾ, ਇਹ ਗੁਰੂ ਦਰਬਾਰ ਦੀ ਨਰਾਦਰੀ ਹੈ, ਉੱਪਰ ਆਵੇ। ਸਭ ਸਤਿਕਾਰ ਦੇ ਉੱਪਰ ਥੱਲੇ ਉਸਦਾ ਹੁਕਮ ਸੁਣਨ ਨਹੀਂ ਜਾਣਾ ਚਾਹੀਦਾ। ਸੰਗਤ ਨੇ ਪ੍ਰਵਾਨ ਕਰਕੇ ਜਕਾਰਾ ਗਜਾ ਦਿੱਤਾ। ਉਹ ਥੱਲੇ ਜਕਾਰਾ ਸੁਣ ਕੇ ਬਿਨਾਂ ਕੁਝ ਸੁਣਾਏ ਜਲਦੀ ਨਾਲ ਡਰਦਾ ਚਲਾ ਗਿਆ। ਸਰਕਾਰ ਨੇ ਫਿਰ ਜਨਰਲ ਸਨੇਬ ਹਾਂਡੂਰਸ ਦੇ ਗਵਰਨਰ ਨੂੰ ਬੁਲਾ ਭੇਜਿਆ ਕਿ ਉਹ ਸਿੱਖਾਂ ਨੂੰ ਪ੍ਰੇਰ ਕੇ ਭਰੋਸਾ ਦਿਵਾਵੇ ਕਿ ਤਿਆਰ ਕਰ ਲਵੇ। ਉਹ ਹਿੰਦੁਸਤਾਨ ਵਿੱਚ ਰਹਿ ਚੁੱਕਾ ਸੀ। ਹਿੰਦੁਸਤਾਨੀ ਅੱਛੀ ਬੋਲ ਤੇ ਸਮਝ ਲੈਂਦਾ ਸੀ। ਉਹ ਆ ਕੇ ਵੈਨਕੂਵਰ ਹੋਟਲ ਵਿੱਚ ਠਹਿਰਿਆ ਤੇ ਸਿੱਖਾਂ ਦੇ ਘਰ ਜਾਂ ਕਾਰਖਾਨਿਆਂ ਵਿੱਚ ਜਾ ਕੇ ਪ੍ਰੇਰਦਾ ਰਿਹਾ ਪਰ ਕੋਈ ਵੀ ਹੰਡੂਰਸ ਜਾਣ ਨੂੰ ਤਿਆਰ ਨਾ ਹੋਇਆ। ਤਾਂ ਉਸਨੇ ਵੈਨਕੂਵਰ ਵਰਲਡ ਅਖਬਾਰ ਵਿੱਚ ਆਪਣਾ ਬਿਆਨ ਛਪਵਾ ਦਿੱਤਾ ਕਿ ਸਿੱਖ ਲੋਕ ਚੰਗੇ, ਮਿਹਨਤੀ, ਬਹਾਦਰ, ਮਿਲਨਸਾਰ, ਕੈਨੇਡਾ ਵਿੱਚ ਇਹ ਬਹੁਤ ਚੰਗੀ ਤਰ੍ਹਾਂ ਵਸ ਚੁੱਕੇ ਹਨ, ਜਾਇਦਾਦਾਂ ਦੇ ਮਾਲਕ ਹਨ ਤੇ ਇੱਥੋਂ ਇਹ 5-5, 10-10 ਹਜ਼ਾਰ ਸਿੱਖ ਧੱਕੇ ਨਾਲ ਕੱਢ ਦਿੱਤੇ ਜਾਣਗੇ ਤਾਂ ਹਿੰਦੁਸਤਾਨ ਵਿੱਚ 50,000 ਸਿੱਖ
फौजी विगड़ जाणगे, जिन्हां नूं काबू रखण लई 2 ਲੱਖ गोरा फौज होर भेजनी पवेगी। सो सरकार कनेडा ने ख्याल छड्ड दिता। आपने 5 प्यारिਆਂ ਦਾ ਜੱਥਾ ਨਾਲ ਲੈ ਕੇ ਵਿਕਟੋਰੀਆ ਆ ਕੇ ਪ੍ਰਚਾਰ ਕੀਤਾ ਤੇ ਪ੍ਰੇਰਣਾ ਕਰਕੇ ਗੁਰਦੁਆਰਾ ਕਾਇਮ ਕਰਾਇਆ। ਜ਼ਮੀਨ ਖਰੀਦੀ ਗਈ ਤੇ ਉਗਰਾਹੀ ਕਰਾ ਦਿੱਤੀ। ਫਿਰ ਇੱਥੋਂ ਜੱਥੇ ਸਮੇਤ ਸਿਆਟਲ ਤੇ ਪੋਰਟਲੈਂਡ ਅਮਰੀਕਾ ਆਦਿਕ ਵਸ ਰਹੇ ਸਿੱਖਾਂ ਪਾਸ ਜਾ ਕੇ ਅੰਮ੍ਰਿਤ ਛਕਾਉਂਦੇ ਰਹੇ। ਸੰਤ ਜੀ ਨਿਊਯਾਰਕ ਆ ਗਏ ਤੇ ਉੱਥੋਂ ਇੰਗਲੈਂਡ ਆ ਗਏ। ਇੱਥੇ ਗੁਰਦੁਆਰਾ ਸਾਹਿਬ ਕਰਨ ਦਾ ਸੰਕਲਪ ਪੂਰਾ ਕਰਨ ਲਈ ਉਦਮ ਫਿਰ ਜਾਰੀ ਕੀਤਾ। ਮਕਾਨ ਅੱਛਾ ਲੈ ਕੇ ਹਫ਼ਤਾਵਾਰੀ ਸਤਸੰਗ ਸ਼ੁਰੂ ਕੀਤੇ। ਸਧਾਰਨ ਪਾਠ ਰੱਖ ਦਿੱਤਾ। ਥੋੜੇ ਦਿਨ ਹੀ ਹੋਏ ਸਨ ਕਿ ਆਪ ਨੂੰ ਵੈਨਕੂਵਰ ਤੋਂ ਜ਼ਰੂਰੀ ਚਿੱਠੀ ਤੇ ਕਿਰਾਇਆ ਪੁੱਜਾ ਕਿ ਆਪ ਫੌਰਨ ਫਿਰ ਦਰਸ਼ਨ ਦਿਓ। ਆਪ ਪਰਿਵਾਰ ਨੂੰ ਉੱਥੋਂ ਛੱਡ ਕੇ ਜਹਾਜ਼ ਰਾਹੀਂ ਨਿਊਯਾਰਕ ਆ ਉਤਰੇ ਤੇ ਅੱਗੋਂ ਰੇਲ ਰਾਹੀਂ ਵੈਨਕੂਵਰ ਆਉਂਦੇ ਹੋਏ ਰਸਤੇ ਵਿੱਚ ਅਮਰੀਕਾ ਦੀ ਪ੍ਰਸਿੱਧ ਯੂਨੀਵਰਸਿਟੀ ਸ਼ਿਕਾਗੋ ਵਿੱਚ ਇੱਕ ਪ੍ਰਸਿੱਧ ਪਾਦਰੀ ਨੂੰ ਮਿਲੇ। ਉਸ ਦੇ ਨਾਲ ਪਰਸਪਰ ਵਿਚਾਰ ਤੋਂ ਬਰਲਿਨ ਵਿੱਚ ਹੋਣ ਵਾਲੀ ਸਰਬ ਧਰਮ ਸੰਮੇਲਨ ਦੀ ਖਬਰ ਮਿਲੀ, ਬਲਕਿ ਸੱਦਾ ਮਿਲਿਆ। ਵੈਨਕੂਵਰ ਸਿੱਖ ਸੁਖੀ ਬਸਣ ਲੱਗ ਪਏ ਸਨ, ਪਰ ਸਰਕਾਰੀ ਏਜੰਟਾਂ ਨੇ ਇਹਨਾਂ ਵਿੱਚ ਫੁੱਟ ਪਵਾਉਣੀ ਸ਼ੁਰੂ ਕੀਤੀ ਹੋਈ ਸੀ। ਸੁਖੀ ਹੋਣ ਕਰਕੇ ਧੜੇ ਬਣ ਰਹੇ ਸਨ। ਸਾਰੇ ਕੈਨੇਡਾ ਵਿੱਚ ਇਹ ਅਫਵਾਹ ਫੈਲਾਈ ਗਈ ਕਿ ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ ਦੇ ਹਿਸਾਬ ਵਿੱਚ ਬਹੁਤ ਗਬਨ ਹੈ। ਇਹ ਪ੍ਰੋਫੈਸਰ ਤੇਜਾ ਸਿੰਘ ਦੀ ਸਾਰੀ ਕਾਰਸਤਾਨੀ ਹੈ। ਅੰਗਰੇਜ਼ ਐਡੀਟਰ ਨੇ ਰਿਪੋਰਟ ਹਿਸਾਬ ਚੈੱਕ ਕਰਕੇ ਐਸੀ ਬਣਾਈ ਸੀ। ਵੈਸੇ ਤਾਂ ਤੇਜਾ ਸਿੰਘ ਨੂੰ ਸਰਕਾਰ ਕੋਈ ਨੁਕਸਾਨ ਨਹੀਂ ਪਹੁੰਚਾ ਸਕੀ। ਇਸ ਤਰ੍ਹਾਂ ਦੀ ਕੁੜਿੱਕੀ ਵਿੱਚ ਫਸਾਇਆ ਜਾ ਆਪ ਦੇ ਪੁੱਜਣ ਪਰ ਸਭ ਸੱਜਣ ਇਕੱਠੇ ਹੋਏ। ਪ੍ਰਧਾਨ ਸਰਦਾਰ ਭਾਗ ਸਿੰਘ ਜੀ ਪਹਿਲਾਂ ਤੋਂ ਹੀ ਕਹਿ ਰਹੇ ਸਨ ਕਿ ਸਰਦਾਰ ਰਾਜਾ ਸਿੰਘ ਜੀ ਸੰਤ ਜੀ ਨਾਲ 1.5 ਸਾਲ ਤੋਂ ਕੰਮ ਕਰਦਿਆਂ ਉਹਨਾਂ ਦੀ ਬਹੁਤ ਤਾਰੀਫ ਕਰਦਾ ਸੀ। ਹੁਣ ਉਸ ਦੇ ਪਿੱਛੋਂ ਉਹਨਾਂ ਨੂੰ ਚੋਰ ਕਹਿੰਦਾ ਹੈ। ਜਦ ਤੱਕ ਆ ਨਹੀਂ ਜਾਂਦੇ ਇਹ ਰਿਪੋਰਟ ਅਸੀਂ ਪ੍ਰਵਾਨ ਨਹੀਂ ਕਰਨੀ। ਐਡੀਟਰ ਵਿੱਚ ਬੈਠਾ ਕੁਝ ਚਲਾਕੀ ਦੀਆਂ ਗੱਲਾਂ ਕਰਨੋਂ ਸੰਤ ਜੀ ਨੇ ਰੋਕ ਦਿੱਤਾ। ਤੂੰ ਆਪਣਾ ਕੰਮ ਕਰ ਚੁੱਕਾ ਹੈ, ਸਾਡੀ ਸਾਰੀ ਕੰਮ ਦਾ ਮਾਮਲਾ ਹੈ। ਅਸੀਂ ਬੈਠੇ ਹਾਂ, ਪੂਰੀ ਵਿਚਾਰ ਕਰਾਂਗੇ। ਹਿਸਾਬ ਸਾਰਾ 2 ਥਾਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੱਖ-ਵੱਖ ਫਿਰ ਲਿਖਿਆ ਗਿਆ। ਜਦੋਂ ਟੋਟਲ ਆਮਦਨ ਖਰਚ ਵੇਖੇ ਸਮਝੇ ਗਏ ਤਦ $25,000 ਸੰਤ ਜੀ ਦੇ ਮਾਈਨਿੰਗ ਪਾਸੋਂ ਲੈਣੇ ਨਿਕਲੇ। ਸਰਦਾਰ ਰਾਜਾ ਸਿੰਘ ਸ਼ਰਮਸ਼ਾਰ ਹੋਇਆ। ਸੰਤ ਜੀ ਸੰਗਤ ਨੂੰ ਬੇਨਤੀ ਕਰ ਆਏ ਕਿ ਰਲ ਕੇ ਰਹੋ। ਫੁੱਟ ਤੁਹਾਡੇ ਵਿੱਚ ਪਾਈ ਤੇ ਵਧਾਈ ਜਾਵੇਗੀ, ਜਿਸ ਨਾਲ ਤੁਸੀਂ ਕਮਜ਼ੋਰ ਹੋ ਜਾਵੋਗੇ। ਪਰ ਸਿੱਖਾਂ ਨੇ ਜਲਦੀ ਉਹ ਮਾਈਨਿੰਗ ਕੰਪਨੀ ਵੀ ਵੇਚ ਵੱਟ ਖਾਧੀ। ਸੋਨੇ ਦੀ ਖਾਨ ਕਾਮਯਾਬ ਹੋ ਗਈ ਸੀ, ਪਰ ਉਸ ਵਿੱਚ ਭੇਜੀ ਰਕਮ ਮੰਗਵਾ ਲਈ ਤੇ ਉਸ ਦੇ 2 ਹਿੱਸੇ ਵੀ ਵੇਚ ਦਿੱਤੇ। ਨਾਲ ਹੀ ਉਹ 250 ਏਕੜ ਜ਼ਮੀਨ ਵੀ ਆਖਰ ਵੇਚ ਦਿੱਤੀ ਗਈ, ਜੋ ਕਰੋੜਾਂ ਰੁਪਏ ਦੀ ਹੋ ਜਾਣੀ ਸੀ। ਸੰਤ ਜੀ ਸੁਰਖਰੂ ਹੋ ਕੇ ਫਿਰ ਲੰਡਨ ਆ ਗਏ ਤੇ ਜਰਮਨੀ ਬਰਲਿਨ ਵਿੱਚ ਹੋਣ ਵਾਲੇ ਸਰਬ ਧਰਮ ਸੰਮੇਲਨ ਵਿੱਚ ਸ਼ਾਮਲ ਹੋਏ। ਕਈ ਦੇਸ਼ਾਂ ਤੇ ਧਰਮਾਂ ਦੇ ਡੈਲੀਗੇਟ ਆਏ ਹੋਏ ਸਨ। ਆਪ ਜੀ ਦੀ ਸਪੀਚ ਤੇ ਲੇਖ ਸਿੱਖ ਧਰਮ ਬਾਰੇ ਬਹੁਤ ਸਲਾਹਿਆ ਗਿਆ। ਆਪ ਜੀ ਦੇ ਅੱਖਰ ਸਭ ਅਖਬਾਰਾਂ ਨੇ ਛਾਪੇ। ਸਭ ਮਨੁੱਖ ਮਾਤਰ ਵਿੱਚ ਇੱਕੋ ਰੱਬ ਦੀ ਜੋਤ ਹੈ। ਹਰ ਰੰਗ, ਹਰ ਮਜ਼ਹਬ, ਹਰ ਨਸਲ, ਹਰ ਜਾਤ ਦੇ ਸਰੀਰਾਂ ਦੀ ਇੱਕੋ ਮਿੱਟੀ ਦੀ ਬਣਾਵਟ ਹੈ। ਖੁਦਗਰਜ਼ੀ ਕਰਕੇ ਰੱਬ ਵਿਸਿਆ ਹੋਇਆ ਸਿੱਖ ਧਰਮ ਉੱਚਾ ਸੁੱਚਾ ਧਰਮ ਹੈ। ਆਦਿਕ ਬਰਲਿਨ ਤੇ ਜਰਮਨੀ ਦੇ ਹੋਰ ਸ਼ਹਿਰ ਵੇਖਦੇ ਆਪ ਫਿਰ ਲੰਡਨ ਆਏ। ਪਾਠ ਦਾ ਭੋਗ ਗੁਰਦੁਆਰਾ ਕਾਇਮ ਕਰਨਾ ਹੈ, ਨਿਸ਼ਾਨ ਸਾਹਿਬ ਚਲਾਉਣਾ ਹੈ ਆਦਿਕ ਦਾ ਪ੍ਰੋਗਰਾਮ ਲਿਖ ਕੇ ਇਸ ਦੇਸ਼ ਵਿੱਚ ਪੜ੍ਹ ਰਹੇ ਸਭ ਸਿੱਖ ਵਿਦਿਆਰਥੀ ਨੂੰ ਸੱਦਾ ਪੱਤਰ ਭੇਜੇ। ਅੰਮ੍ਰਿਤ ਪ੍ਰਚਾਰ ਵੀ ਹੋਣਾ ਸੀ। ਰੁਪਏ ਦੀ ਕਮੀ ਵੀ ਬਹੁਤ ਸੀ, ਪਰ ਸਾਰੇ ਕਾਰਜ ਗੁਰੂ ਜੀ ਨੇ ਸਵਾਰ ਦਿੱਤੇ। ਬ੍ਰਿਟਿਸ਼ ਆਇਲ ਸਿੱਖ ਵੀ ਬਹੁਤ ਸੀ, ਪਰ ਸਾਰੇ ਕਾਰਜ ਗੁਰੂ ਜੀ ਦੇ ਸਵਾਰ ਦਿੱਤੇ। ਭਾਈ ਨਰੈਣ ਸਿੰਘ ਜੀ ਨੂੰ ਦੇਸ਼ ਲੰਡਨ ਦੇ ਗੁਰਦੁਆਰੇ ਲਈ ਉਗਰਾਹੀ ਕਰਨ ਭੇਜਿਆ, ਜਿਸ ਨੇ ਚੰਗੀ ਰਕਮ ਭੇਜੀ। ਨਿਸ਼ਾਨ ਸਾਹਿਬ ਖੜਾ ਹੋ ਗਿਆ। ਫਿਰ ਉੱਥੇ ਹੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਜਦੋਂ ਲੰਡਨ ਆਏ 1.25 ਲੱਖ ਰੁਪਇਆ ਦੇਣ ਦਾ ਐਲਾਨ ਕਰ ਗਏ, ਜਿਸ ਵਿੱਚੋਂ 1000 ਪਾਉਂਡ ਆਪਨੇ ਨਗਦੀ ਹਾਜ਼ਰ ਕਰ ਦਿੱਤੇ। ਇੰਗਲੈਂਡ ਵਿੱਚ 2-3 ਥਾਂ ਯਤਨ ਕੀਤਾ, ਪਰ ਕੋਈ ਯੂਨੀਵਰਸਿਟੀ ਆਪ ਨੂੰ ਹੋਰ ਪੜ੍ਹਨ ਲਈ ਦਾਖਲਾ ਨਾ ਕਰੇ। ਕੈਨੇਡਾ ਵਿੱਚ ਕੀਤੀ ਭਰਾਵਾਂ ਦੀ ਸੇਵਾ ਪ੍ਰੈਸ ਵਿੱਚ ਛਪ ਚੁੱਕੀ ਸੀ। ਆਪ ਅਮਰੀਕਾ ਚਲੇ ਆਏ। ਇੱਥੇ ਵੀ 2 ਥਾਂ ਨਾ ਹੋਈ। ਆਖਰ ਹਾਰਵਰਡ ਯੂਨੀਵਰਸਿਟੀ ਨੇ ਦਾਖਲ ਕਰ ਲਿਆ। ਮਾਲੀ ਔਕੜਾਂ ਕਾਫੀ ਸਨ, ਪਰ ਆਪ ਦੀ ਸੁਪਤਨੀ ਕਢਾਈ ਕਰਕੇ ਸਮਾਨ ਵੇਚਦੀ। ਇਸ ਤਰ੍ਹਾਂ ਲੋੜਾਂ ਪੂਰੀਆਂ ਕਰਦਿਆਂ ਕਰਤਾਰ ਦੀ ਮਿਹਰ ਨਾਲ ਪੜ੍ਹਾਈ ਪੂਰੀ ਕਰ ਲਈ। ਇਹ ਮਾਰਚ 1911 ਦੀ ਗੱਲ ਹੈ। ਡਿਗਰੀ ਵੀ ਮਿਲ ਗਈ। ਆਪ ਵਿੱਚ ਕਈ ਥਾਂ ਲੈਕਚਰ ਵੀ ਕਰ ਆਉਂਦੇ। ਆਖਰ ਆਪ ਕੈਲੀਫੋਰਨੀਆ ਸੰਗਤਾਂ ਦੀ ਪ੍ਰੇਰਨਾ ਨਾਲ ਆਏ। ਉੱਥੇ ਵੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਾਇਮ ਕਰਕੇ ਰਜਿਸਟਰੀ ਕਰਵਾ ਦਿੱਤੀ। ਸਟਾਕਟਨ ਗੁਰਦੁਆਰਾ ਸਾਹਿਬ ਲਈ ਜ਼ਮੀਨ $3400 ਤੋਂ ਖਰੀਦੀ ਗਈ। ਇਸ ਇਲਾਕੇ ਵਿੱਚ ਉਸ ਵੇਲੇ ਬਾਬਾ ਜਵਾਲਾ ਸਿੰਘ ਜੀ ਢੱਟੀਆਂ, ਬਾਬਾ ਵਿਸਾਖਾ ਸਿੰਘ ਜੀ ਦਦੇਹਰ ਵਰਗੇ ਗੁਰਮੁਖ ਕਿਰਤ ਕਰ ਰਹੇ ਸਨ। ਇਹ ਦੋਨੋਂ ਬਜ਼ੁਰਗ ਲਾਹੌਰ ਕਾਂਸਪੀਰੇਸੀ ਕੇਸ 1915 ਰਾਹੀਂ ਉਮਰ ਕੈਦੀ ਰਹੇ ਸਨ, ਜੋ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪ੍ਰਦੇਸ਼ਾਂ ਵਿੱਚੋਂ ਆ ਕੇ ਸਿੱਖ ਸੂਰਬੀਰਾਂ ਨੇ ਲਹਿਰ ਚਲਾਈ ਸੀ। ਇੱਥੇ ਨਾਲ ਹੀ ਆਪ ਨੇ ਬਰਕਲੇ ਕੈਲੀਫੋਰਨੀਆ ਯੂਨੀਵਰਸਿਟੀ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ। ਸਟਾਕਟਨ ਗੁਰਦੁਆਰਾ ਤਿਆਰ ਹੁੰਦਾ ਰਿਹਾ, ਜਿਸ ਲਈ ਉਗਰਾਹੀ ਦੇ ਨਾਲ ਆਪ ਅੰਮ੍ਰਿਤ ਪ੍ਰਚਾਰ ਵੀ ਇਸੇ ਤਰ੍ਹਾਂ ਇਲਾਕੇ ਵਿੱਚ ਵਸ ਰਹੇ ਬਹੁਤ ਸਿੰਘਾਂ ਵਿੱਚ ਕਰਦੇ ਰਹੇ। ਵੈਨਕੂਵਰ ਸੰਗਤ ਵੱਲੋਂ ਫਿਰ ਪ੍ਰੇਮ ਭਰੀ ਜ਼ੋਰਦਾਰ ਮੰਗ ਆਉਣ ਪਰ ਆਪ ਵੈਨਕੂਵਰ ਗਏ।
ਸਿੱਖ ਤਾਂ ਬਸ ਚੁੱਕੇ ਸਨ, ਇਹਨਾਂ ਨੂੰ ਹੰਡਰੋਸ ਭੇਜਣ ਦੀ ਸਰਕਾਰ ਦੀ ਸਕੀਮ ਫੇਲ ਹੋ ਚੁੱਕੀ ਸੀ। ਪ੍ਰੋਫੈਸਰ ਤੇਜਾ ਸਿੰਘ ਨੂੰ ਹਿਸਾਬ ਦੀ ਗੜਬੜ ਬਹਾਨੇ ਜੇਲ੍ਹ ਪਾਉਣ ਦੀ ਸਕੀਮ ਵੀ ਸਿਰੇ ਨਹੀਂ ਸੀ ਚੜੀ। ਸਿੱਖਾਂ ਵਿੱਚ ਫੁੱਟ ਵੀ ਥੋੜੀ ਪੈ ਚੁੱਕੀ ਸੀ, ਪਰ ਸਰਕਾਰ ਨੇ ਹੁਣ ਹੋਰ ਤਗੜਾ ਹੱਲਾ ਕੀਤਾ ਕਿ ਇਹਨਾਂ ਦੀਆਂ ਔਰਤਾਂ ਇਸ ਦੇਸ਼ ਵਿੱਚ ਨਾ ਆਉਣ ਦਿਓ, ਨਾ ਇਹਨਾਂ ਦੀ ਔਲਾਦ ਵਧੇਗੀ ਤੇ ਕੁਛ ਉਦਾਸ ਹੋ ਕੇ ਮੁੜਦੇ ਜਾਣਗੇ। ਇਸ ਤਰ੍ਹਾਂ ਇਹ ਸਾਡੇ ਦੇਸ਼ ਵਿੱਚ ਵਸ ਨਹੀਂ ਸਕਣਗੇ। ਭਾਈ ਹਰਨਾਮ ਸਿੰਘ ਜੀ ਗ੍ਰੰਥੀ ਤੇ ਭਾਈ ਭਾਗ ਸਿੰਘ ਜੀ ਆਪਣੀਆਂ ਸੁਪਤਨੀਆਂ ਸਮੇਤ ਸਨ ਫਰਾਂਸਿਸਕੋ ਅਮਰੀਕਾ ਆਏ, ਪਰ ਸਰਕਾਰ ਨੇ ਉਤਰਨ ਨਾ ਦਿੱਤਾ। ਇਹ ਵਾਪਸ ਸ਼ੰਘਾਈ ਚਲੇ ਗਏ ਤੇ ਉੱਥੋਂ ਜਹਾਜ਼ ਚੜ੍ਹ ਕੇ ਵੈਨਕੂਵਰ ਕੈਨੇਡਾ ਆਏ। ਸਰਕਾਰ ਨੇ ਉਤਰਨ ਤਾਂ ਦਿੱਤੇ, ਪਰ ਔਰਤਾਂ ਨੂੰ ਮੋੜ ਦੇਣ ਦਾ ਖਿਆਲ ਬਣਾ ਲਿਆ। ਹੁਣ ਸੰਤ ਜੀ ਵੈਨਕੂਵਰ ਜਦੋਂ ਆਏ ਤਾਂ ਸੰਗਤ ਨੇ ਬਹੁਤ ਖੁਸ਼ੀ ਮਨਾਈ, ਸਤਿਕਾਰ ਕੀਤਾ। ਦੀਵਾਨ ਸਜਿਆ। ਗੁਰਮਤਾ ਹੋ ਕੇ ਸੰਤ ਜੀ ਕੁਝ ਸੱਜਣਾਂ ਨੂੰ ਨਾਲ ਲੈ ਕੇ ਟਾਵਾ ਰਾਜਧਾਨੀ ਜਾ ਕੇ ਵਜ਼ੀਰਾਂ ਨੂੰ ਮਿਲੇ, ਪਰ ਉਹ ਟਾਲਵੇਂ ਹੀ ਉੱਤਰ ਦੇਣ। ਆਪ ਨੇ ਉੱਥੇ 10,000 ਦੀ ਭਾਰੀ ਹਾਜ਼ਰੀ ਵਿੱਚ ਅੰਗਰੇਜ਼ੀ ਵਿੱਚ ਕਿਸੇ ਮੈਦਾਨ ਵਿੱਚ ਲੈਕਚਰ ਕਰਕੇ ਕੈਨੇਡੀਅਨ ਸਰਕਾਰ ਦੀ ਬਹਾਨੇਬਾਜ਼ੀ ਖੋਲ੍ਹ ਕੇ ਦੱਸੀ, ਪਰ ਸਰਕਾਰ ਨਾ ਮੰਨੀ। ਆਪ ਵੈਨਕੂਵਰ ਆ ਗਏ ਤੇ ਉੱਥੋਂ ਹੀ ਵਿਕਟੋਰੀਆ ਵਿੱਚ ਗੁਰਦੁਆਰਾ ਸਾਹਿਬ ਦੇ ਮੁਕੰਮਲ ਹੋ ਜਾਣ ਪਰ 6 ਘੋੜੇ ਦੀ ਫਟਣ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਵਾਰੀ ਦਾ ਹਜ਼ਾਰਾਂ ਸਿੰਘਾਂ ਦੀ ਹਾਜ਼ਰੀ ਵਿੱਚ ਜਲੂਸ ਕਢਵਾਇਆ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਵੈਨਕੂਵਰ ਤੋਂ ਸੰਗਤ ਨੇ ਉੱਥੋਂ ਦੇ ਵਸਨੀਕ ਸਿੰਘਾਂ ਦੇ ਡੈਪੂਟੇਸ਼ਨ ਨੂੰ ਇੰਗਲੈਂਡ ਤੇ ਹਿੰਦੁਸਤਾਨ ਭੇਜਣ ਦਾ ਪ੍ਰੋਗਰਾਮ ਬਣਾਇਆ। ਆਪ ਨੇ ਪ੍ਰਵਾਸ ਸਮੇਤ ਦੇਸ਼ ਆਉਣ ਦੀ ਤਿਆਰੀ ਕਰ ਲਈ ਤੇ ਮਾਰਚ 1913 ਵਿੱਚ ਵੈਨਕੂਵਰ ਤੋਂ ਚੱਲ ਪਏ। ਜਾਪਾਨ, ਸਿੰਗਾਈ, ਹਾਂਗਕਾਂਗ, ਮਲਾਇਆ ਪ੍ਰਚਾਰ ਕਰਦੇ ਹਜ਼ਾਰਾਂ ਸੰਗਤਾਂ ਨੂੰ ਤਾਰਦੇ ਆਪ ਸ੍ਰੀ ਗੁਰੂ ਸਾਗਰ ਸਾਹਿਬ ਮਸਤੋਆਣਾ ਪੁੱਜੇ। ਸਿੰਗਾਈ 35,000 ਸਿੱਖ ਸਨ ਤੇ ਹਾਂਗਕਾਂਗ ਵੀ 10,000। ਕਈ ਭਾਣੇ ਵਰਤੇ ਜੋ ਪੜ੍ਹਨ ਯੋਗ ਹਨ। ਆਪ ਜੀ ਦੇ ਪਿੱਛੋਂ ਜੋ ਤਕਲੀਫਾਂ ਕੈਨੇਡਾ ਦੀਆਂ ਸੰਗਤਾਂ ਨੂੰ ਵਾਪਰੀਆਂ, ਉਹ ਸੰਖੇਪ ਤੌਰ ਤੇ ਇਹ ਹਨ ਕਿ ਕਿਵੇਂ 55 ਸਿੱਖਾਂ ਨੇ ਕਸਮਾਂ ਖਾ ਕੇ ਪੀਲੇ ਚੋਲੇ ਪਾ ਲਏ। ਜਾਪਾਨ ਦੇ ਸਫਾਰਤਖਾਨੇ ਰਾਹੀਂ ਬਹੁਤ ਸਾਰੀਆਂ ਬੰਦੂਕਾਂ, ਤਲਵਾਰਾਂ ਦਾ ਪ੍ਰਬੰਧ ਕਰ ਲਿਆ। ਗੁਰਦੁਆਰਾ ਸਾਹਿਬ ਨੂੰ ਕਿਲੇ ਵਾਂਗੂ ਮਜ਼ਬੂਤ ਕਰ ਲਿਆ। ਮੋਰਚਾ ਲੱਗਾ। ਸਿੱਖਾਂ ਦੀ ਦਲੇਰੀ ਭਰੀ ਕੁਰਬਾਨੀ ਕਰਕੇ ਸਰਕਾਰ ਝੁੱਗੀ ਤੇ ਆ ਚੁੱਕੀਆਂ ਦੋ ਭੈਣਾਂ ਨੂੰ ਰਹਿਣ ਦੀ ਆਗਿਆ ਮਿਲ ਗਈ। ਕਾਮਾਗਾਟਾ ਮਾਰੂ ਸ੍ਰੀ ਗੁਰੂ ਨਾਨਕ ਜਹਾਜ਼ ਦਾ ਵੈਨਕੂਵਰ ਤੋਂ ਵਾਪਸ ਕਰਨਾ, ਭੁੱਖੇ ਸਿੱਖਾਂ ਦੀ ਲੜਾਈ, ਤਕਲੀਫਾਂ ਝੱਲ ਕੇ ਜਹਾਜ਼ ਤੇ ਬਜ ਘਾਟ ਕਲਕੱਤੇ ਉਤਰਨ ਪਰ ਗੋਲੀਆਂ ਨਾਲ ਬੇਅੰਤ ਸਿੰਘਾਂ ਦੀ ਸ਼ਹੀਦੀ। ਸਾਨ ਫਰਾਂਸਿਸਕੋ ਅਮਰੀਕਾ ਵਿੱਚ ਸੰਸਾਰ ਪ੍ਰਸਿੱਧ ਗਦਰ ਪਾਰਟੀ ਕਾਇਮ ਹੋਣੀ। ਗਦਰ ਦੀ ਗੂੰਜ ਕਈ ਜਵਾਨਾਂ ਵਿੱਚ ਛਪਣੀ ਤੇ ਸਾਰੇ ਸੰਸਾਰ ਵਿੱਚ ਮੁਫਤ ਵੰਡੀ ਜਾਣੀ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖ ਸੂਰਬੀਰਾਂ ਦੀਆਂ ਦੇਸ਼ ਨੂੰ ਵਹੀਰਾਂ ਪਹਿਲੀ ਵੱਡੀ ਲੜਾਈ ਦੇ ਲੱਗ ਜਾਣ ਪਰ ਰਸਤੇ ਬੰਦ ਹੋ ਜਾਣੇ। ਅਕਾਲੀ ਤਹਿਰੀਕ ਸਮੇਂ ਕੈਨੇਡਾ ਦੇ ਬਹਾਦਰ ਸਿੰਘਾਂ ਦਾ ਭਾਰੀ ਰਕਮ ਅੰਮ੍ਰਿਤਸਰ ਭੇਜਣਾ ਤੇ 25 ਸਿੰਘਾਂ ਦੇ ਜੱਥੇ ਦਾ ਆ ਕੇ ਜੇਲ੍ਹ ਯਾਤਰਾ ਕਰਨੀ। ਕਿਵੇਂ ਫਿਰ ਸਰਕਾਰ ਦੀ ਤਰਫੋਂ ਮਦਰਾਸੀ ਵਕੀਲ ਪਾੜੀਏ ਦਾ, ਜੋ ਅੱਜ ਕੱਲ੍ਹ ਪਾੜੀਆ ਲੁਟੇਰਾ ਕਰਕੇ ਪ੍ਰਸਿੱਧ ਹੈ, ਵੈਨਕੂਵਰ ਪੁੱਜਣਾ ਤੇ ਆਪਣੇ ਆਪ ਨੂੰ ਮਹਾਤਮਾ ਗਾਂਧੀ ਦਾ ਰਹਿ ਚੁੱਕਾ ਸਕੱਤਰ ਦੱਸ ਕੇ ਸਿੱਖਾਂ ਦਾ ਇਤਬਾਰੀ ਬਣ ਕੇ ਸਿੱਖਾਂ ਵਿੱਚ ਫੁੱਟ ਵਧਾਉਣੀ ਤੇ ਹਰ ਤਰ੍ਹਾਂ ਦੇ ਐਬ ਕਰਦਿਆਂ ਸਿੱਖਾਂ ਨੂੰ ਇਮੀਗ੍ਰੇਸ਼ਨ ਦੇ ਨਾਮ ਪਰ ਲੁੱਟਦੇ ਰਹਿਣਾ। ਭਾਈ ਗੁਰਦਿੱਤ ਸਿੰਘ ਬਿਲਗਾ, ਜੋ ਅੱਜ ਕੱਲ੍ਹ ਕੌਮਘਾਤੀ ਕਰਕੇ ਪ੍ਰਸਿੱਧ ਹੈ, ਆਦਿਕ ਦਾ ਸਰਕਾਰੀ ਮੁਖਬਰ ਹੁੰਦਿਆਂ ਭਾਈ ਹਰਨਾਮ ਸਿੰਘ ਗ੍ਰੰਥੀ ਨੂੰ ਫਾਂਸੀ ਲੱਗਣੀ, ਹੋਰ ਵੀ ਸ਼ਹੀਦੀਆਂ ਹੋਣੀਆਂ। ਵੈਨਕੂਵਰ ਗੁਰਦੁਆਰੇ ਵਿੱਚ ਗੋਲੀ ਚੱਲਣੀ। ਰੁਜ਼ਗਾਰ ਕੈਨੇਡਾ ਚੰਗਾ ਹੋਣ ਕਰਕੇ ਇੱਕ ਨੇ ਆਪਣੇ ਰਿਸ਼ਤੇ ਮੰਗਵਾਉਣ ਦਾ ਯਤਨ ਕਰਨਾ ਤੇ ਮਦਰਾਸੀ ਲੁਟੇਰੇ ਦਾ ਸਿੱਖਾਂ ਵਿੱਚ ਫੁੱਟ ਵਧਾਉਣੀ ਤੇ ਹਰ ਆਉਣ ਵਾਲੇ ਪਾਸੋਂ $1,000 ਵਸੂਲ ਕਰਨਾ। ਵੱਖਰੇ ਅਕਾਲੀ ਗੁਰਦੁਆਰੇ ਵੈਨਕੂਵਰ ਤੇ ਵਿਕਟੋਰੀਆ 1955 ਵਿੱਚ ਕਾਇਮ ਹੋਣੇ। ਸੰਤ ਤੇਜਾ ਸਿੰਘ ਜੀ ਨੂੰ ਅਕਾਲੀ ਸਿੰਘਾਂ ਨੇ ਫਿਰ ਦਰਸ਼ਨ ਦੇਣ ਲਈ ਜ਼ੋਰ ਪਾਉਣਾ। ਆਪ ਦਾ 1956 ਦੀਆਂ ਸਰਦੀਆਂ ਵਿੱਚ ਪੁੱਜਣਾ, ਪਰ ਉਮਰ ਵਡੇਰੀ, ਸਰਦੀ ਜ਼ਿਆਦਾ ਹੋਣ ਕਰਕੇ ਨਾ ਟਿਕ ਸਕਣਾ, ਪਰ ਸੰਗਤਾਂ ਨੂੰ ਭਰੋਸਾ ਦਿਵਾਉਣਾ ਕਿ ਸਾਡਾ ਸੇਵਕ ਭਾਈ ਅਮਰ ਸਿੰਘ ਖਾਲਸਾ ਇੰਗਲੈਂਡ ਦੂਜੀ ਵਾਰ ਆਇਆ, ਉਹ ਸਾਡੀ ਆਗਿਆ ਵਿੱਚ ਆਪ ਦੀਆਂ ਔਕੜਾਂ ਦੂਰ ਕਰਨ ਲਈ ਯਤਨ ਕਰੇਗਾ। ਉਦਮੀ ਤੇ ਭਰੋਸੇ ਵਾਲਾ ਸਿੱਖ ਹੈ। ਕੁਝ ਪਤਿਤ ਸਿੰਘਾਂ ਨੂੰ ਆਪ ਫਿਰ ਅੰਮ੍ਰਿਤ ਛਕਾ ਆਏ। ਜਾਪਾਨ ਵਿੱਚ ਸਰਬ ਧਰਮ ਸੰਮੇਲਨ ਵਿੱਚ ਸ਼ਾਮਲ ਹੋਏ। ਨਿਊਯਾਰਕ ਅਮਰੀਕਾ ਵਿੱਚ ਪੁਰਾਣੇ ਗੋਰੇ ਸਤਸੰਗੀਆਂ ਨੂੰ ਮਿਲਣ ਆਏ। ਆਪ ਜੀ ਦੀ ਪ੍ਰਦੇਸ਼ ਪ੍ਰਚਾਰ ਫੇਰੀ ਵਿੱਚ ਸੈਂਕੜੇ ਗੋਰੇ ਗੋਰੀਆਂ ਗੁਰੂ ਨਾਨਕ ਦੇ ਸਹਿਜਧਾਰੀ ਸਿੱਖ ਬਣ ਕੇ ਸਿਮਰਨ ਕਰਨ ਲੱਗ ਪਏ ਸਨ। ਆਪ ਜੀ ਨੂੰ ਕਈ ਸਮੇਂ ਗੋਰੇ ਹਰ ਤਰ੍ਹਾਂ ਦੀ ਮਾਲੀ ਇਮਦਾਦ ਵੀ ਪ੍ਰੇਮ ਨਾਲ ਕਰਦੇ ਤੇ ਆਪ ਜੀ ਪਰ ਵਿਸ਼ਵਾਸ ਬਹੁਤ ਰੱਖਦੇ ਸਨ। ਫਿਰ ਦਾਸ ਦਾ ਆਪ ਜੀ ਦੇ ਹੁਕਮ ਵਿੱਚ ਤੇ ਕੈਨੇਡਾ ਦੀਆਂ ਸੰਗਤਾਂ ਦੀ ਪ੍ਰੇਰਨਾ ਕਰਕੇ 1957 ਤੋਂ 1958 ਤੱਕ ਉੱਥੇ ਰਹਿ ਕੇ ਭਾਰੀ ਤਕਲੀਫਾਂ ਉਠਾ ਕੇ ਵੀ ਇਮੀਗ੍ਰੇਸ਼ਨ ਦਾ 50 ਸਾਲ ਤੋੜਿਆ ਆ ਰਿਹਾ ਮਸਲਾ ਪੱਕੇ ਤੌਰ ਤੇ ਹੱਲ ਕਰਨਾ। 400 ਪੁਰਾਣੀ ਕਈ ਸਾਲਾਂ ਤੋਂ ਰੁਕੀ ਪਈ ਦਰਖਾਸਤ ਮਨਜ਼ੂਰ ਕਰਾਉਣ, ਜਿਸ ਲਈ ਇਹਨਾਂ ਲੁਟੇਰਿਆਂ ਨੇ ਸਿੱਖ ਕੌਮ ਦਾ $4 ਲੱਖ ਜਾਂ 20 ਲੱਖ ਰੁਪਇਆ ਖਾ ਜਾਣਾ ਸੀ। ਇਹ ਏਜੰਟ $1,000 ਜੋ ਉਸ ਵੇਲੇ ਸਾਡੇ ਦੇਸ਼ ਦਾ 5,000 ਰੁਪਏ ਬਣਦੇ ਸੀ, ਇੱਕ ਆਦਮੀ ਮੰਗਵਾਉਣ ਦਾ ਲੈਂਦੇ ਸੀ ਜੋ ਇਹਨਾਂ ਰਾਹੀਂ ਆਉਂਦਾ ਸੀ, ਉਸ ਨੂੰ ਪਤਿਤ ਕਰ ਦਿੰਦੇ ਸੀ ਤੇ ਕਹਿੰਦੇ ਸੀ ਅੰਮ੍ਰਿਤ ਛਕਾ ਦਿੱਤਾ ਹੈ। ਦਾਸ ਪਾਸ ਵੈਨਕੂਵਰ ਇਸ ਧੱਕੇ ਬਾਰੇ ਸੰਤ ਤੇਜਾ ਸਿੰਘ ਵੱਲੋਂ ਦੁਬਾਰਾ ਤਕੀਦੀ ਕਰਨਾ ਪੁੱਜਣਾ ਤੇ ਦਾਸ ਦੀ ਡਟ ਕੇ ਉਸ ਅਸ਼ਤਰਕ ਪਰ ਧਨੀ ਗਰੁੱਪ ਨਾਲ ਟੱਕਰ ਲੈਣੀ।
देश के प्रधानमंत्री इमीग्रेशन मंत्री आदि के पास डेपूटेशन ले जाने, उन्हों का दास नूं डराउणा धमकाउणा, वापस देश चले जाने लई मजबूर करने लई बदनाम करना, जानो मरवा देने का भी यतन करना, पर गुरु मेहर नाल पूर्ण सफलता नाल देश मुड़ना। इमीग्रेशन राही हुण कोई एजेंट पैसे नहीं खा सकता, हर एक का काम वारी वारी ठीक हो रहा है। हज़ारां सिख इस पिछों होर पुज चुके हैं। इन्हां लुटेरियां दीआं लवाईआं होईआं पाबंदियां सब हट चुकियां हैं। उस मोर्चे समय देश विच ज्ञानी अजमेर सिंह गदार पेड़ दफ्तर सकत्तर श्रोमणी अकाली दल मास्टर तारा सिंह ते ज्ञानी हरभजन सिंह पेड़ ऑफिस ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਇਹਨਾਂ ਸੰਸਥਾਵਾਂ ਦਾ ਨਾਮ ਤੇ ਅਥਾਰਟੀ ਇਹ ਸਭ ਤੋਂ ਵੱਡੀਆਂ ਸਿੱਖਾਂ ਦੀਆਂ ਜਥੇਬੰਦੀਆਂ ਦੀ ਆਗਿਆ ਤੋਂ ਬਿਨਾਂ ਕੈਨੇਡਾ ਦੇ ਬਹਾਦਰ ਸਿੱਖਾਂ ਦੀ ਇੱਜ਼ਤ ਜਿਨ੍ਹਾਂ ਦੇ ਉਦਮ ਕਰਕੇ ਦਾਸ ਨੇ ਮਾਸਟਰ ਤਾਰਾ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ 20,000 ਰੁਪਏ ਭਿਜਵਾਏ ਸਨ। ਕੈਨੇਡਾ ਦੇ ਆਸ਼ਾ ਧਰਕ ਪਤਿਤ ਗਰੁੱਪ ਪਾਸੋਂ 2,000 ਰੁਪਏ ਤੇ ਦੂਜੇ ਨੇ 500 ਰੁਪਏ ਖਾ ਕੇ ਵੇਚ ਦੇਣਾ ਆਦਿ ਬਾਰੇ ਸਾਰੇ ਹਾਲਾਤ ਉਸ ਪੁਸਤਕ ਵਿੱਚ ਪੜ੍ਹੋਗੇ, ਜਿਸ ਵਿੱਚ ਗਦਾਰਾਂ ਦੀਆਂ ਕਰਤੂਤਾਂ, ਅਸ਼ਤਰ ਤੇ ਹਮਲੇ ਤੇ ਸਤਿਗੁਰ ਦੀ ਮਿਹਰ ਤੇ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਸਦਕਾ ਸਫਲਤਾ ਬਾਰੇ ਆਪ ਬਹੁਤ ਸਾਰੇ ਕਾਗਜ਼ਾਤ, ਚਿੱਠੀਆਂ ਦੀਆਂ ਫੋਟੋਆਂ ਕਾਪੀਆਂ ਹੋਵੇਗਾ। ਉਸ ਕਿਤਾਬ ਦਾ ਨਾਮ ਹੋਵੇਗਾ ਜੀਵਨ ਸ਼੍ਰੀ ਸੰਤ ਮਾਨ ਤੇਜਾ ਸਿੰਘ ਜੀ ਡਬਲ MA ਮਸਤੂਆਣਾ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਜਿਹੜੇ ਦਾਸ ਨੇ ਇਹ ਬੁੱਕ ਲਿਖੀ ਹੈ ਉਹਨਾਂ ਦੀਆਂ ਗੱਲਾਂ ਸੁਣੀਆਂ ਜੋ ਕਿ ਉਸ ਸਮੇਂ संत बाबा अतर सिंह जी बारे लिखते हैं। उस दास का नाम है डॉक्टर भाई अमर सिंह खालसा। तो उन्होंने संत तेजा सिंह जी बारे दसिया जिन्हों ने कि संत बाबा अतर सिंह जी की किरपा सदका इस पूरी दुनिया दे विच इस जिहड़ी भविख दे विच पढ़ाई जा रही है सिख धर्म बारे, उसका प्रचार ते प्रसार किया। सारियां दा बहुत बहुत धन्नवाद जो तुसी संत बाबा अतर सिंह जी की इस लेखनी नूं उन्हां दी जिंदगी दे बारे जान रहे हो। तो बहुत बहुत शुक्रिया सारियां दा। वाहिगुरू जी का खालसा, वाहिगुरू जी की फतेह।